Hello everyone. So I'm Simran Dhawan. Welcome to channel Electric English. So this is our lecture 2 of chemistry of batch ETT 6635 posts. तो बच्चे आज ਦੇ ਟੌਪਿਕ ਦੇ ਵਿੱਚ ਆਪਾਂ ਮੈਟਰਸ ਤੇ ਨਾਨ ਮੈਟਰਸ ਬਾਰੇ ਕਰਾਂਗੇ। ਲਾਸਟ ਲੈਕਚਰ ਦੇ ਵਿੱਚ ਆਪਾਂ ਮੈਟਰਸ ਐਂਡ ਨਾਨ ਮੈਟਰਸ ਬਾਰੇ ਕੀਤੀ ਸੀ ਗੱਲ। ਉਹਦੇ ਵਿੱਚ ਕੁਝ ਟੌਪਿਕ ਇਦਾਂ ਦੇ ਸੀਗੇ, ਮੈਂ ਕਿਹਾ ਸੀ ਐਮਸੀਕਿਊ ਕਰਾਂਗੇ, ਬਟ ਕੁਝ ਟੌਪਿਕ ਮੈਨੂੰ ਲੱਗੇ ਕਿ ਆਪਾਂ ਨਹੀਂ ਕੀਤੇ, ਸੋ ਆਪਾਂ ਉਹਦੇ ਚ ਐਡ ਆਨ ਕਰ ਰਹੇ ਹਾਂ ਕਿ ਉਹਦੇ ਚ ਆਪਾਂ ਕੈਮੀਕਲ ਪ੍ਰੋਪਰਟੀਜ਼ ਨਾਨ ਮੈਟਰਸ ਜਾਂ ਨਹੀਂ ਕੀਤੀਆਂ ਸੀ, ਆਪਾਂ ਉਹ ਐਡ ਆਨ ਕਰਾਂਗੇ। ਅਲੋਏ ਦੇ ਕੁਝ ਆਪਾਂ ਫਾਰਮਸ ਆ ਉਹ ਐਡ ਕਰਾਂਗੇ ਇੱਥੇ, ਦੈਨ ਆਪਾਂ ਐਮਸੀਕਿਊਜ਼ ਤੇ ਜਾਵਾਂਗੇ। ਡਨ। ਸੋ ਸਟਾਰਟਿੰਗ ਵਿਦ ਆਵਰ ਲੈਕਚਰ ਤੇ ਆਪਾਂ ਗੱਲ ਕਰਦੇ ਹਾਂ ਮੈਟਰਸ ਤੇ ਨॉन ਮੈਟਰਸ ਦੀ, ਠੀਕ ਹੈ। ਸੋ ਨॉन ਮੈਟਰਸ ਦੀ ਜੇ ਮੈਂ ਗੱਲ ਕਰਾਂਗੀ, ਦਿਸ ਇਜ਼ ਦ ਐਡ ਆਨ ਆਫ ਨॉन ਮੈਟਰਸ। ਅੱਛਾ, ਨॉन ਮੈਟਰਸ ਬੇਸਿਕਲੀ ਕਾਰਬਨ, ਆਇਓਡੀਨ, ਆਪਾਂ ਸਾਰੇ ਕੁਝ ਪੜ੍ਹੇ ਹੋਏ ਆ। ਹੁਣ ਇੱਕ ਕਾਰਬਨ ਇਨ ਦਾ ਫਾਰਮ ਆਫ ਗ੍ਰੇਫਾਈਟ ਉਹ ਨॉन ਮੈਟਲ ਹੈ ਦੈਟ ਕੰਡਕਟ ਇਲੈਕਟ੍ਰਿਸਿਟੀ। ਇਹ ਮੈਂ ਗੱਲ ਕਰਵਾਈ ਸੀ, ਬਟ ਮੈਂ ਦੁਬਾਰਾ ਫੇਰ ਇਹਦੇ ਚ ਐਡ ਆਨ ਕੀਤੀ ਹੈ ਬਿਕਾਜ਼ ਇਹਨਾਂ ਤੋਂ ਐਮਸੀਕਿਊਜ਼ ਬਣਨ ਦੇ ਚਾਂਸਸ ਹੈ। ਆਇਓਡੀਨ ਨॉन ਮੈਟਲ ਹੈ ਵਿਚ ਇਜ਼ ਲਸਟਰਸ। ਲਸਟਰਸ ਮੀਨ ਸ਼ਾਈਨੀ। ਸੋ ਕਾਰਬਨ ਇਜ਼ ਅ ਫਾਰਮ ਆਫ ਡਾਇਮੰਡ। ਜੇ ਕਾਰਬਨ ਆਪਣੇ ਕੋਲ ਡਾਇਮੰਡ ਦੀ ਫਾਰਮ ਦੇ ਵਿੱਚ ਉਹ ਨਾਨ ਮੈਟਲ ਹੈ, ਉਹ ਕੀ ਹੋਏਗਾ? ਹਾਰਡ ਹੋਏਗਾ। ਬਾਕੀ ਸਾਰੇ ਨਾਨ ਮੈਟਲ ਕੀ ਨੇ? ਸੌਫਟ ਹੈ। ਡਾਇਮੰਡ ਉਹ ਨਾਨ ਮੈਟਲ ਹੈ ਜਿੰਦਾ ਮੈਲਟਿੰਗ ਪੁਆਇੰਟ ਤੇ ਬੋਇਲਿੰਗ ਪੁਆਇੰਟ ਕੀ ਹੋਏਗਾ ਆਪਣੇ ਕੋਲ? ਹਾਈ। ਸੋ ਬੇਸਿਕਲੀ ਕੁਝ एग्जांपल्स ले लो या कुछ भी समझो, बट इंपॉर्टेंट है, समझनी जरूरी है थोड़ा। एक्सेप्शंस है, दीज आर एक्सेप्शंस। ओके जी। ਹੁਣ ਬੱਚੇ ਆਪਣੇ ਕੋਲ ਜਿਹੜਾ ਟੌਪਿਕ ਰਹਿ ਗਿਆ ਸੀਗਾ ਉਹ ਸੀਗਾ ਕੈਮੀਕਲ ਪ੍ਰੋਪਰਟੀਜ਼ ਆਫ ਨਾਨ ਮੈਟਲਸ। ਜੇ ਆਪਾਂ ਗੱਲ ਕਰਦੇ ਪਏ ਕੈਮੀਕਲ ਪ੍ਰੋਪਰਟੀਜ਼ ਆਫ ਨਾਨ ਮੈਟਲ ਦੇ ਵਿੱਚ ਸਭ ਤੋਂ ਪਹਿਲਾਂ ਰਿਐਕਸ਼ਨ ਆਫ ਨਾਨ ਮੈਟਲ ਵਿਦ ਆਕਸੀਜਨ। ਬੱਚੇ ਨਾਨ ਮੈਟਲ ਹੈ, ਉਹਦੀ ਰਿਐਕਸ਼ਨ ਕਰਾਈ ਆਕਸੀਜਨ ਨਾਲ, ਆਪਣੇ ਕੋਲ ਕੀ ਬਣੇਗਾ? ਉਹਦੀ ਨਾਨ ਮੈਟਲ ਆਕਸਾਈਡ। ਠੀਕ ਹੈ। ਜਦੋਂ ਆਪਾਂ ਉਹਨੂੰ ਰਿਐਕਟ ਕਰਾਂਗੇ ਹੀਟ ਪ੍ਰੋਡਿਊਸ ਹੋ ਜਾਏਗੀ। ਠੀਕ ਹੈ। ਨਾਨ ਮੈਟਲ ਚ ਆਕਸੀਜਨ ਐਡ ਕੀਤੀ ਤੇ ਆਪਣੇ ਕੋਲ ਨਾਨ ਮੈਟੈਲਿਕ ਆਕਸਾਈਡ ਬਣ ਗਈ। ਜਦੋਂ ਕਾਰਬਨ ਨੂੰ ਆਪਾਂ ਰਿਐਕਟ ਕਰਦੇ ਹਾਂ ਆਕਸੀਜਨ ਦੇ ਨਾਲ ਤੇ ਆਪਣੇ ਕੋਲ ਕੀ ਬਣਦਾ ਹੈ? ਕਾਰਬਨ ਡਾਈਆਕਸਾਈਡ। ਜਿਵੇਂ ਜਿਵੇਂ ਆਪਣੇ ਕੋਲ ਕਾਰਬਨ ਡਾਈਆਕਸਾਈਡ ਬਣੇਗਾ ਉਦੋਂ ਹੀ ਨਾਲ ਆਪਣੇ ਕੋਲ ਪ੍ਰੋਡਕਸ਼ਨ ਕੀ ਹੁੰਦੀ ਹੋਏਗੀ? ਹੀਟ ਦੀ। ਕਾਰਬਨ ਚ ਆਕਸੀਜਨ ਐਡ ਕੀਤੇ, ਠੀਕ ਹੈ, ਆਪਣੇ ਕੋਲ ਕੀ ਬਣਿਆ? ਕਾਰਬਨ, ਉਹਦੀ ਨਾਨ ਮੈਟੈਲਿਕ ਆਕਸਾਈਡ ਬਣ ਗਿਆ, ਪਲੱਸ ਉਹਦੇ ਚ ਹੀਟ ਕੀ ਹੋਗੀ? ਪ੍ਰੋਡਿਊਸ ਹੋਗੀ। ਠੀਕ ਹੈ। ਜਦੋਂ ਆਪਾਂ ਕਾਰਬਨ ਨੂੰ ਬਰਨਡ ਕਰਦੇ ਹਾਂ, ਇਨਸਫੀਸ਼ੀਐਂਟ ਸਪਲਾਈ ਆਫ 에ਅਰ। ਹੁਣ ਆਪਣੇ ਕੋਲ ਜਦੋਂ ਰਿਐਕਟ ਕਰਦਾ ਆਕਸੀਜਨ ਕਾਰਬਨ ਡਾਈਆਕਸਾਈਡ ਹੁੰਦਾ, ਜਦੋਂ ਆਪਾਂ ਇੱਕ ਪਾਰਟਿਕੂਲਰ ਇਨਸਫੀਸ਼ੀਐਂਟ ਸਪਲਾਈ ਆਫ 에ਅਰ ਦੀ ਸਪਲਾਈ ਆਪਾਂ ਜਿੰਨੀ ਪਾਣੀ ਚਾਹੀਦੀ ਸੀ ਉਸ ਤੋਂ ਘੱਟ ਵੱਧ ਜਾਂ ਕੁਝ ਵੀ ਪਾ ਦਈਏ, ਦੈਨ ਆਪਣੇ ਕੋਲ ਬੱਚੇ ਵਰਡਿੰਗ ਕੀ? ਇਨਸਫੀਸ਼ੀਐਂਟ। ਦੈਨ ਆਪਣੇ ਕੋਲ ਕੀ ਬਣਦਾ? ਕਾਰਬਨ ਮੋਨੋਆਕਸਾਈਡ। ਕਾਰਬਨ ਮੋਨੋਆਕਸਾਈਡ ਬੇਸਿਕਲੀ ਗੈਸ ਹੈ ਜਿਹੜੀ ਟੌਕਸਿਕ ਸਬਸਟੈਂਸ ਹੈ। ਇਨਹੇਲਿੰਗ ਆਫ ਕਾਰਬਨ, ਬੱਚੇ ਪ੍ਰੂਫ ਫੈਟਲ, ਜਿਹੜੀ ਆਪਣੇ ਕੋਲ ਜੇ ਕਿਸੇ ਇਨਸਾਨ ਦੀ ਬੋਡੀ ਦੇ ਵਿੱਚ ਕਾਰਬਨ ਮੋਨੋਆਕਸਾਈਡ ਚਲਾ ਜਾਂਦਾ ਹੈ ਉਹ ਉਹਦੇ ਲਈ ਅੱਛਾ ਨਹੀਂ ਹੈ, ਉਹਦੇ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਹੈ। ਠੀਕ ਹੈ। ਸਲਫਰ ਗਿਵ ਸਲਫਰ ਡਾਈਆਕਸਾਈਡ ਰਿਐਕਟਿੰਗ ਵਿਦ, ਜਦੋਂ ਵੀ ਬੱਚੇ ਸਲਫਰ ਆਕਸਾਈਡ ਰਿਐਕਟ ਕਰਦਾ ਸਲਫਰ ਡਾਈਆਕਸਾਈਡ ਮਿਲਦਾ ਹੈ। ਸਲਫਰ ਕੈਚਸ ਫਾਇਰ ਵੈਨ ਐਕਸਪੋਜ਼ਡ ਟੂ 에ਅਰ। ਬੱਚੇ ਸਲਫਰ ਕਹਿੰਦੇ ਪਏ ਫਾਇਰ ਕੈਚ ਕਰਦਾ ਹੈ। ਦਿਸ ਇਜ਼ ਆਲਸੋ ਇੰਪੋਰਟੈਂਟ। ਕੋਈ ਆਪਣੇ ਕੋਲ ਆ ਜਾਏਗਾ ਕੁਐਸਚਨ ਆ ਜਾਏਗਾ ਕਿ ਆਪਣੇ ਕੋਲ ਐਲੀਮੈਂਟ ਤੇ ਹੋਣਗੇ ਮੈਟਲਸ ਨॉन ਮੈਟਲਸ ਕਿਹੜਾ ਜਲਦੀ ਈਜ਼ੀਲੀ ਐਕਸਪੋਜ਼ ਕਰਦਾ ਫਾਇਰ ਨੂੰ? ਬੱਚੇ ਸੋਡੀਅਮ ਕੈਰੋਸਿਨ ਕਰਦਾ ਤੇ ਸਲਫਰ ਇੱਕ ਇਹੋ ਜਿਹਾ ਨॉन ਮੈਟਲ ਹੈ which non metal, which non metal, this is which non metal MCQs बनता है catches fire। नंबर A सल्फर, नंबर B सोडियम, नंबर C पोटेशियम, नंबर D कार्बन। ਹੁਣ ਬੱਚੇ ਗੱਲ ਕਰੋ, पोटेशियम सोडियम मेटल है, सल्फर ते कार्बन चाहता अपने को कैंसिल हो गया, 50-50 आ गया केबीसी वाला। ठीक है, 50:50 हमने 50-50 कर लिया। ठीक है। ਕਾਰਬਨ ਦੀ ਜੇ ਆਪਾਂ ਬੱਚੇ ਗੱਲ ਕਰਦੇ ਪਏ ਕਾਰਬਨ ਆਪਣੇ ਕੋਲ ਕੀ ਹੈ? ਉਹ ਕੈਚ ਫਾਇਰ ਨਹੀਂ ਕਰਦਾ, ਉਹ ਆਪਣੇ ਕੋਲ ਕੀ ਬਣਾਉਂਦਾ ਹੈ? ਕਾਰਬਨ ਮੋਨੋਆਕਸਾਈਡ ਬਣਾਉਂਦਾ ਹੈ। ਬਟ ਸਲਫਰ ਕੀ ਕਰਦਾ ਹੈ? ਕੈਚ ਕਰਦਾ ਹੈ ਫਾਇਰ। ਹੁਣ ਬੱਚੇ ਨੈਕਸਟ ਐਗਜ਼ਾਮਪਲ ਹੈ ਹਾਈਡਰੋਜਨ ਦੀ। ਹਾਈਡਰੋਜਨ ਵਾਟਰ ਦਿੰਦਾ ਜਦੋਂ ਵੀ ਆਕਸੀਜਨ ਰਿਐਕਟ ਕਰਦਾ ਹੈ। ਦਿਸ ਇਜ਼ ਵੈਰੀ ਇੰਪੋਰਟੈਂਟ, ਦੈਟਸ ਵਾਈ ਮੈਨੇ ਐਡ ਆਨ ਕੀਤਾ ਹੈ। देन बच्चे अपने को नॉन मैटेलिक ऑक्साइड की है। बच्चे नॉन मैटेलिक ऑक्साइड बेसिकली की होनी है? एसिडिक होनी है नेचर ਦੇ ਵਿੱਚ। ਹੁਣ ਆਪਾਂ ਨॉन ਮੈਟੈਲਿਕ ਆਕਸਾਈਡ ਬਣਾ ਲਈ ਆ ਬਟ ਉਹ ਹੁੰਦੀਆਂ ਕੀ ਹੈ? ਉਹ ਐਸਿਡਿਕ ਹੁੰਦੀਆਂ ਨੇਚਰ ਦੇ ਵਿੱਚ, ਮਤਲਬ ਐਸਿਡ ਪ੍ਰੋਡਿਊਸ ਕਰਦੀਆਂ। ਜਿਹੜਾ ਬੱਚੇ ਸੋਲੂਸ਼ਨ ਹੈ ਨॉन ਮੈਟਲ ਦਾ ਆਕਸਾਈਡਸ ਦਾ ਉਹ ਬਲੂ ਲਿਟਮਸ ਰੈਡ ਹੁੰਦਾ, ਟਰਨਸ ਬਲੂ ਲਿਟਮਸ ਰੈਡ। ਬੱਚੇ ਲਿਟਮਸ ਪੇਪਰ ਜਿਹੜਾ ਬਲੂ ਹੁੰਦਾ ਉਹਨੂੰ ਰੈਡ ਚ ਕੀ ਕਰਦਾ? ਟਰਨ ਆਊਟ ਕਰ ਦਿੰਦਾ। ਕਾਰਬਨ ਡਾਈਆਕਸਾਈਡ ਗਿਵਸ ਕਾਰਬੋਨਿਕ ਐਸਿਡ व्हेन डिसॉल्व्ड इन वाटर। बच्चे CO2 प्लस वाटर अपने को की बन गया
H2CO3 बच्चे कार्बन एक है, ऑक्सीजन कितने 3, ऑक्सीजन 3 आ गए, हाइड्रोजन कितने ने 2, हाइड्रोजन 2 आ गए ते अपने कोल की बन गया कार्बोनिक ऑक्साइड। हुन बच्चे सल्फर डाइऑक्साइड और सल्फरस एसिड बनाउंदा है। हुन देखो सल्फर डाइऑक्साइड इज व्हाट SO2 जो दा अपन वाटर च डिसॉल्व करदे अपने कोल की बनदा है H2SO3 दैट इज सल्फरस एसिड। बच्चे सल्फर डाइऑक्साइड की है सल्फ्यूरिक एसिड दिंदा है जो अपन ऑक्सीजन नाल रिएक्ट करदे हैं 2SO2 plus O2. What you get 2SO3 that is sulfur trioxide. Sulfur dioxide plus oxygen you get trioxide. But this is also very important. बच्चे थे हम देखो ही सल्फर ट्राइऑक्साइड है बच्चे देखो सल्फर डाइऑक्साइड तो सल्फर ट्राइऑक्साइड बनया फिर सल्फर ट्राइऑक्साइड दी रिएक्शन ਹੁੰਦੀ ਹੈ ਵਾਟਰ ਦੇ ਨਾਲ ਦੈਨ ਆਪਣੇ ਕੋਲ ਬਣਦਾ ਸਲਫੂਰਿਕ ਐਸਿਡ दैट इज H2SO4 ਹੁਣ ਆਪਾਂ ਇਹਦੀ ਜੇ ਗੱਲ ਕਰੀਏ ਕੀ ਕਹਿ ਰਿਹਾ ਹੈ बच्चे सल्फर डाइऑक्साइड ऑक्सीजन रिएक्ट करेगा तो अपने को बनेगा 2SO3 ठीक है देन बच्चे OSO3 अपने को वाटर ना रिएक्ट करेगा तो अपने को की बनेगा H2SO4 दैट इज सल्फ्यूरिक एसिड ओके आपने को की हुई है सारी इस चीज की हिस्ट्री ओके चलो नेक्स्ट अपन करते हैं रिएक्शन ऑफ नॉन मेटल विद क्लोरीन नॉन मेटल दी ਆਪਾਂ ਰਿਐਕਸ਼ਨ ਕਰਨੀ ਹੈ क्लोरीन ਦੇ ਨਾਲ नॉन मेटल gives respective chloride ਹੁਣ ਦੇਖੋ ਬੱਚੇ ਆਪਾਂ ਹਾਈਡਰੋਜਨ ਲਿਆਓ ਹਾਈਡਰੋਜਨ क्लोराइड दे देगा फास्फोरस लिया फास्फोरस क्लोराइड मिल जाएगा ठीक है जो अपन नॉन मेटल ले आए वही नॉन मेटल क्लोराइड बन जाएगा जब अपन रिएक्ट करांगे क्लोरीन दे नाल so non metal give respective chloride when react with chlorine gas so chlorine is a gas याद रखना क्लोरीन की अपने को गैस है उन बच्चे ब्रोमीन की ये लिक्विड है ब्रोमीन इज अ नॉन मेटल व्हिच इज लिक्विड चलो हाइड्रोजन गिव्स हाइड्रोजन क्लोराइड फास्फोरस की फास्फोरस ट्राइक्लोराइड when reacting with the chlorine बच्चे देखो हाइड्रोजन H2 plus Cl2 what you get 2HCl Vallisorier reaction हाइड्रोक्लोरिक एसिड बोलते हैं की बोलते हैं हाइड्रोक्लोरिक एसिड इन्हें हाइड्रोजन क्लोराइड भी बोलते हैं नो मैटर कुछ भी नाम रख सकते हैं अपने माइंड में याद phosphorus plus 6Cl2 what you get 4 times PCl3 P times 4 plus 6Cl2 what you get 4 PCl3 ओके जी ਹੁਣ बच्चे रिएक्शन ऑफ नॉन मेटल विद हाइड्रोजन बच्चे नॉन मेटल है हाइड्रोजन रिएक्ट करते हैं अपने को की पाते कोवलेंट हाइड्राइड बच्चे कोवलेंट की है कोवलेंट का मतलब ਹੁੰਦਾ है शेयरिंग कोवलेंट का मतलब की ਹੁੰਦਾ है शेयरिंग ਜਿਹੜੀ ਚੀਜ਼ ਸ਼ੇਅਰਿੰਗ ਦੇ ਨਾਲ ਬਣੇਗੀ that is your covalent ਸੋ ਨॉन ਮੈਟਲ ਜਦੋਂ ਹਾਈਡਰੋਜਨ ਐਡ ਕਰਦੇ ਆ ਤੇ ਕੋਵਲੈਂਟ ਹਾਈਡਰਾਈਡ ਬਣਦਾ ਹੈ ਉਹ ਨॉन ਮੈਟਲ ਹੈ ਹਾਈਡਰੋਜਨ सल्फर ਹੁਣ देखो सल्फर नॉन मेटल है ਉਹਦੇ ਵਿੱਚ ਹਾਈਡਰੋਜਨ ਐਡ ਕੀਤਾ what you get H2S that is hydrogen sulfide ओमे बच्चे नाइट्रोजन है वो कंबाइन करेगा ऑक्सीजन ਤੇ अपने को की बनेगा ਉਹਦਾ हाइड्राइड बनेगा वो ਉਹਨੂੰ ਕੀ ਬੋਲਦੇ अमोनिया दिस इज इंपॉर्टेंट रिएक्शन ਜਦੋਂ ਵੀ ਨਾਈਟ੍ਰੋਜਨ ਹਾਈਡਰੋਜਨ ਨਾਲ ਕੰਬਾਈਨ ਕਰਦਾ ਇਨ ਦਾ ਪ੍ਰੈਜ਼ੈਂਸ ਆਫ ਆਇਰਨ ਹੁਣ ਬੱਚੇ ਹੁਣ ਦੇਖੋ ਕੁਐਸਚਨ ਇੱਥੇ ਐਮਸੀਕਿਊ ਬਣ ਗਿਆ ਹੁਣ ਜਿਹੜਾ ਨਾਈਟ੍ਰੋਜਨ ਹੈ ਕਹਿੰਦਾ ਕਿੰਨੀ ਪ੍ਰੈਜ਼ੈਂਸ ਦੇ ਵਿੱਚ ਆਪਣੇ ਕੋਲ ਅਮੋਨੀਆ ਬਣਾਉਂਦਾ ਹੈ ਉਹ ਕੀ ਹੈ ਆਇਰਨ ਕਿਹਦੀ ਪ੍ਰੈਜ਼ੈਂਸ ਦੇ ਵਿੱਚ ਨਾਈਟ੍ਰੋਜਨ ਅਮੋਨੀਆ ਬਣਾਉਂਦਾ ਹੈ that is your hydrogen ਬੱਚੇ non metals do not react with water or steam to evolve hydrogen gas important ਹੈ नॉन मेटल ਕਹਿੰਦੇ ਰਿਐਕਟ ਨਹੀਂ ਕਰਦੇ ਵਾਟਰ ਜਾਂ ਸਟੀਮ ਦੇ ਨਾਲ ਟੂ ਇਵੋਲਵ ਹਾਈਡਰੋਜਨ ਗੈਸ ਨੂੰ ਆਊਟ ਕਰਨ ਦੇ ਲਈ ਬਾਹਰ ਨਿਕਾਲਣ ਦੇ ਲਈ ਉਹ ਰਿਐਕਟ ਨਹੀਂ ਕਰਦੇ ਨॉन मेटल्स डू नॉट रिएक्ट विद dilute एसिड्स ਦੇ ਨਾਲ ਰਿਐਕਟ ਵੀ ਨਹੀਂ ਕਰਦੇ ਜੇ ਆਪਾਂ ਗੱਲ ਕਰੀਏ ਹੁਣ ਬੱਚੇ ਨੈਕਸਟ ਆਪਾਂ ਕੀਤਾ ਸੀ ਰੋਸਟਿੰਗ ਐਂਡ ਕੈਲਸੀਨੇਸ਼ਨ ਬੱਚੇ ਰੋਸਟਿੰਗ ਆਪਾਂ ਗੱਲ ਕੀਤੀ ਸੀ ਇਨ ਦਾ ਪ੍ਰੈਜ਼ੈਂਸ ਆਫ 에ਅਰ in absence of air ਆਹੀ ਚੀਜ਼ ਕੀਤੀ ਸੀ ਹੁਣ देखो बच्चे रोस्टिंग द कैल्सिनेशन बेसिकली इट इज डन इन द केस ऑफ सल्फाइड ओर रोस्टिंग हमेशा सल्फाइड ओर ਦੇ केस ਚ ਹੋਏਗੀ कैल्सिनेशन कार्बोनेट ओर से in this ore the ore is heated in the presence of air to convert it to oxide compound ਜਿਹੜਾ कार्बोनेट ore ਹੈ ਉਹਨੂੰ ਹੀਟ ਕਰਾਂਗੇ absence of air to convert it
it into its oxide। ਉਹ ਕੀ ਹੋ ਜਾਏਗਾ ਬੱਚੇ, ਆਪਾਂ ਉਹਨੂੰ ਉਹਦੀ ਪ੍ਰੈਜ਼ੈਂਸ ਚ ਕਰਾਂਗੇ, ਇਹ ਕੀ ਹੋ ਜਾਏਗਾ ਉਹਦੀ ਐਬਸੈਂਸ ਦੇ ਵਿੱਚ ਹੋਏਗਾ। ਜਿਹੜਾ ਬੱਚਾ ਆਪਣੇ ਕੋਲ ਜਿਹੜਾ ਗੈਸ ਹੈ ਉਹ ਆਪਣੇ ਕੋਲ ਕਿਹੜੀ ਬਾਹਰ ਆਏਗੀ, ਸਲਫਰ ਡਾਈਆਕਸਾਈਡ। ਇਸ ਕੇਸ ਦੇ ਵਿੱਚ ਕੈਲਸੀਨੇਸ਼ਨ ਦੇ ਕੇਸ ਦੇ ਵਿੱਚ ਗੈਸ ਆਏਗੀ ਕਾਰਬਨ ਡਾਈਆਕਸਾਈਡ ਬਾਹਰ। फिर बच्चे एग्जांपल्स करेंगे ZnS plus O2 ये अपन ऑलरेडी कर चुके हैं। देखो एस व्हाट इट मींस एक्सोथर्मिक प्रोसेस, व्हाट इट मींस एक्सोथर्मिक मतलब हीट बाहर निकल रही है, मतलब सल्फर डाइऑक्साइड बाहर निकल रहा है, कार्बन डाइऑक्साइड इन इट गो आउट। ओके सो दिस इज आवर चैप्टर। नाउ बच्चे हुन अपने कोल इंदे है एमसीक्यूज। सो जे अपन एमसीक्यूज कर रहे हैं तो लेट्स डू एमसीक्यूज। बच्चे metals and non-metals MCQs are very important to do। इनके नाल तेरे पूरे चैप्टर की रिवीजन भी हो जाएगी, रिवीजन टाइम। बच्चे the ability of metals to drawn into thin wires, अपे कितने जो कोई भी ability है किसी भी metal दी thin wires से drawn करन देने की बोलते हैं बच्चे, thin wires ductility, beaten into thin sheet, that is your malleability, ductility, malleability। okay answer is A। कोई डाउट है तो पूछो, कमेंट करो, मैसेज करो, we will solve। okay so ability of matter to drawn into thin wires is ductility। ductility basically वो process है जिहदे च ਆਪਾਂ metals ਨੂੰ ਕੀ ਕਰ ਸਕਦੇ ਹਾਂ, thin wires ਚ draw कर सकते हैं। ठीक है ਹੁਣ बच्चे एक देखो, this is आंसर नहीं है मैं दिखाऊंगी। Aluminium is used for making cooking utensils। Aluminium में ਆਪਾਂ cooking utensils use करते हैं। Which of the properties are responsible for the same? Good thermal conductivity, good electrical conductivity, ductility, high melting point। Option is 1 2 1 3 2 3 and 1 4। देखो बच्चे ਹੁਣ ਆਪਾਂ ਉਹਨੂੰ ਯੂਟੈਂਸਿਲ ਚ यूज करते हैं। जे बच्चे अपन किसी चीज ਨੂੰ ਹੀਟ ਕਰਾਂਗੇ ਤਾਂ ਹੀ ਉਹ ਕੋਈ ਨਵੀਂ ਚੀਜ਼ ਬਣਾਏਗਾ। ਪਹਿਲੇ ਇਟ ਮੀਨਸ ਕਿ ਗੁੱਡ ਥਰਮਲ ਕੰਡਕਟਿਵਿਟੀ ਵਾਲਾ ਤਾਂ ਆਣਾ ਹੀ ਆਣਾ। ਦੂਸਰਾ ਉਹਦੇ ਚ ਕੀ ਹੈ, ਜੇ ਬੱਚੇ ਉਹ ਹੀਟ ਕਿਵੇਂ ਹੋਏਗੀ, ਮੈਲਟਿੰਗ ਪੁਆਇੰਟ ਉਹਦਾ ਹਾਈ ਹੋਏਗਾ। ਠੀਕ ਹੈ ਹੁਣ ਮੈਲਟਿੰਗ ਪੁਆਇੰਟ ਹਾਈ ਦਾ ਮਤਲਬ ਕੀ ਹੈ, ਆਪਾਂ ਐਲੂਮੀਨੀਅਮ ਦੇ ਬਰਤਨ ਯੂਜ਼ ਕਰਦੇ ਆ, ਗੈਸ ਤੇ ਰੱਖਾਂਗੇ ਜਦੋਂ ਮੈਲਟਿੰਗ ਪੁਆਇੰਟ ਘੱਟ ਹੋਏਗਾ, ਜੋ ਈਜ਼ੀਲੀ ਮੈਲਟ ਹੋ ਜਾਏਗਾ ਤਾਂ ਬਰਤਨ ਹੀ ਪਿਘਲ ਜਾਏਗਾ ਗੈਸ ਤੇ। ਇਸ ਲਈ ਉਹਦਾ ਆਨਸਰ ਕੀ ਆਏਗਾ, good thermal conductivity and high melting point। option is D। option D। रीजन की है बच्चे, यूटेंसिल है, सब तो पहले उनकी थर्मल कंडक्टिविटी ज्यादा होनी चाहिए, मतलब उनकी हीट नु टॉलरेट करने की पावर की होनी चाहिए ज्यादा। देन अपने को उनका मेल्टिंग पॉइंट होना चाहिए हाई। Then बच्चे क्वेश्चन नंबर 3 है। क्वेश्चन नंबर 3 ਦੇ ਵਿੱਚ ड्यू टू semiconductor properties of non metal used in computer TV etc। बच्चे ਕਿਹੜਾ semiconductor यूज करते हैं, सिलिकॉन। ना ही कार्बन है, ना ही ब्रोमीन, ना ही फ्लोरीन, सेमीकंडक्टर ही केड़ा है, सिलिकॉन। क्लियर है, कार्बन ब्रोमीन फ्लोरीन आर नॉट semiconductor, silicon is semiconductor, silicon is semiconductor। Then बच्चे अपने को है फोर्थ क्वेश्चन, what happens when calcium is treated with water। बच्चे calcium is Ca, उन्होंने पर water ना treat करते हैं की बनता है, it doesn't react with water, it react violently with water, it less violently with water, bubbles of hydrogen gas forms stick to the surface of calcium। ਹੁਣ देखो बच्चे आपा कितना सीगा, जे तुसी नोट्स दोबारा पढ़ोगे तो लिखा है कि कैल्शियम लेस वायलेंटली है वाटर द रिएक्शन। ਹੁਣ ਜੋ ਮੈਂ ਨੋਟਸ ਦਿੱਤੇ ਸੀ ਉਵੇਂ ਦੇ ਹੀ ਐਮਸੀਕਿਊਜ਼ ਨੇ, ਕੁਝ ਬਾਹਰੋਂ ਨਹੀਂ ਕਰਾ ਰਹੇ, ਕੁਝ ਨਵੇਂ ਨੇ, ਸਿਰਫ ਆਪਣੇ ਦਿਮਾਗ ਲਗਾਉਣ ਦੀ ਜ਼ਰੂਰਤ ਹੈ। ਹੁਣ ਮੈਂ ਐਮਸੀਕਿਊਜ਼ ਤੁਹਾਨੂੰ ਐਜ਼ ਇਟ ਇਜ਼ ਵੀ ਦੇ ਸਕਦੀ ਸੀ, ਬਟ ਮੈਂ ਤੁਹਾਨੂੰ ਕਰਾ ਰਹੀ ਹਾਂ ਆਨਸਰ, ਰੀਜ਼ਨ ਕੀ ਹੈ ਤੁਹਾਡੀ ਪ੍ਰੈਕਟਿਸ ਹੋਵੇ। ਸੋ ਬੱਚੇ ਦੇਖੋ ਆਨਸਰ ਕੀ ਆਏਗਾ, ਆਪਸ਼ਨ ਡੀ ਥਰਡ। ਐਂਡ ਬਬल्स ਕੀ ਹੋ ਜਾਣਗੇ, ਹਾਈਡਰੋਜਨ के स्टिक हो जाएंगे टू द सरफेस ऑफ कैल्शियम। क्लियर है। नेक्स्ट बच्चे जनरली metal react with acid to give salt and hydrogen। metal है react with acid, acid for example कोई भी ले लो, ठीक है, to give salt plus hydrogen gas। which of the following acid doesn't give hydrogen gas on reacting with metals except manganese and बच्चे आपका कितना सी HNO3।
रीजन की सीगा ये ऑक्सीडाइजेशन इनकी ज्यादा है एक और ऑक्सीडाइजेशन एक ही करता है वाटर प्लस NO2 दे दिंदा है इस करके अपने को आंसर HNO3 ये भी आप अपने नोट्स च कीता लेक्चर 1 जिन्होंने नहीं समझ आया क्वेश्चन दोबारा लेक्चर 1 पढ़ो उन सुनो ਤੁਹਾਨੂੰ ਪਤਾ ਲੱਗ ਜਾਏਗਾ ਇਹ ਮਿਡਲ ਦੇ ਵਿੱਚ ਹੋਏਗਾ 30 40 ਮਿੰਟਸ ਦੇ ਵਿੱਚ ਸਾਰੇ ਕੁਐਸਚਨ ਤੁਹਾਨੂੰ ਆਨਸਰ ਟੌਪਿਕ ਮਿਲ ਜਾਏਗਾ क्वेश्चन नंबर 6 अपने को which of the following metals are obtained by electrolysis of their chlorides in molten state केड़ी मेटल है which of the following metals are obtained by electrolysis on the chlorides in molten state जल्दी ना आंसर दोस्तों this is your homework ये तुसी अपने नोट्स च पढ़ियो है this is your homework आंसर मैं ਤੁਹਾਨੂੰ पूरे चैप्टर कंप्लीट ਕਰਨ ਤੋਂ ਬਾਅਦ ਦੱਸਾਂਗੀ टॉपिक कंप्लीट ਕਰਨ ਤੋਂ ਬਾਅਦ ਦੱਸਾਂਗੀ ਨਾ ਆंसर ਕੀ ਹੈ सोडियम कैल्शियम आयरन कॉपर क्वेश्चन दोबारा सुनो which of the following metals are obtained by electrolysis of their chlorides in molten state केड़ी मेटल है ओके जी एंड आंसर है sodium and calcium that is option D sodium and calcium NASA आंसर याद रखना NASA option is option D बच्चे नेक्स्ट अपने को पूछते पे एक अलोए है ਆਪਾਂ ਨੂੰ ਰਿਐਕਟ ਕੀਤਾ ਡਿਲੂਟ ਹਾਈਡਰੋਕਲੋਰਿਕ ਐਸਿਡ ਦੇ ਨਾਲ ਉਹ ਆਪਣੇ ਕੋਲ ਕੀ ਬਣਾ ਰਿਹਾ ਹੈ ਗੈਸ ਬਣਾ ਰਿਹਾ ਹੈ which pops a lighted substrate कोई भी alloy है अपने को कोई alloy या alloy basically homogeneous mixture है वो HCl ਦੇ ਨਾਲ ਰਿਐਕਟ ਕਰਦਾ ਪਿਆ ਤੇ ਉਹ ਕੀ ਪ੍ਰੋਡਿਊਸ ਕਰ ਰਿਹਾ ਗੈਸ ਉਹ ਜਿਹੜੀ ਗੈਸ ਹੈ ਉਹ ਪੌਪ ਸਾਊਂਡ ਪ੍ਰੋਡਿਊਸ ਕਰਦੀ ਹੈ ਟਕ ਠੀਕ ਹੈ ਵੈਸੇ ਸਾਊਂਡ ਪ੍ਰੋਡਿਊਸ ਕਰ ਰਹੀ ਹੈ ਜਿਹੜਾ ਰੈਜ਼ੀਡਿਊ ਹੈ ਰਿਐਕਟ ਕੀਤਾ ਡਿਲੂਟ ਨਿਟ੍ਰਿਕ ਆਕਸਾਈਡ ਦੇ ਨਾਲ ਟੂ ਫਾਰਮ ਅ ਬਲੂ ਸੋਲੂਸ਼ਨ Which one of the following pair of metal is present in alloy? केड़ा metal present होएगा? देखो बच्चे copper, lead, magnesium, copper, magnesium, lead and zinc. मुझे मैं ऊपर MCQ सीगा. Let's see the MCQ. देखो बच्चे generally metal react with acid to give salt and hydrogen gas. Which of the following acid doesn't give hydrogen gas for reacting with metals except manganese and magnesium? मुझे आप next देखिए. मुझे आप आज MCQ कर रहे हैं. वो देखो magnesium वाला आंसर तक आएगा ही आएगा. ਹੁਣ दूसरा ਹੁੰਦਾ ਕਿਹੜਾ ਲੋਏ ਹੋਏਗਾ ਕੋਪਰ ਦਾ ਬਿਕੋਜ਼ ਕੋਪਰ ਜਿਹੜੀ ਰਿਐਕਸ਼ਨ ਹੈ ਉਹ ਹਾਈਡਰੋਕਲੋਰਿਕ ਐਸਿਡ ਦੇ ਨਾਲ ਹੁੰਦੀ ਹੈਗੀ ਹੈ ਠੀਕ ਹੈ ਸੋ ਦੈਟਸ ਵਾਈ ਆਨਸਰ ਇਜ਼ ਸੀ ਅਸੀਂ ਕੁਝ ਚੀਜ਼ਾਂ ਤੁਹਾਨੂੰ ਯਾਦ ਵੀ ਕਰਨੀਆਂ ਪੈਣਗੀਆਂ ਕਿ ਆਪਣੇ ਕੋਲ ਕੌਣ ਬਲੂ ਸੋਲੂਸ਼ਨ ਦਿੰਦਾ ਹੈ ਕਿਹੜੀ ਚੀਜ਼ ਕੀ ਦਿੰਦੀ ਹੈ ਉਹ ਥੋੜੇ ਆਪਣੇ ਮਾਈਂਡ 'ਚ ਵੀ ਰੱਖਣਾ ਪਏਗਾ ਅੱਛਾ ਵਿਚ ਆਫ ਦ ਫੋਲੋਇੰਗ ਮੈਟਲ ਐਗਜ਼ਿਸਟ ਇਨ ਦ ਨੇਟਿਵ ਸਟੇਟ ਇਨ ਨੇਚਰ ਨੇਟਿਵ मतलब ਕੱਲਾ आंसर है बच्चे कॉपर कॉपर गोल्ड जिंक सिल्वर ठीक है कॉपर गोल्ड और नेटिव स्टेट ਦੇ ਵਿੱਚ ਇੱਕ ਸਿਲਵਰ ਮਿਲਦਾ ਹੈ ਤੇ ਇੱਕ ਆਪਣੇ ਕੋਲ ਕੌਣ ਮਿਲਦਾ ਹੈ ਸਿਲਵਰ ਐਂਡ 골ਡ ਇਹ ਆਪਣੇ ਕੋਲ ਐਜ਼ ਅ ਅਲੋਏ ਨਹੀਂ ਮਿਲਦੇ ਸਿਲਵਰ metals are defined by using different methods which are following metals ਆਪਾਂ electrolytic refining ਲਈ यूज करते हैं ਕਿਹੜੇ metal ਨੂੰ ਆਪਾਂ यूज ਕਰਦੇ हैं copper sodium potassium and बच्चे कॉपर सोडियम सिल्वर पोटेशियम एंड गोल्ड आंसर इज फर्स्ट एंड सेकंड फर्स्ट एंड थर्ड बच्चे नेक्स्ट है सेकंड एंड थर्ड थर्ड एंड फोर्थ बच्चे देखो केड़े केड़े है सिल्वर एंड आई थिंक कॉपर है सिल्वर एंड गोल्ड एंड कॉपर बच्चे मेटल है occurs in earth crust as its oxide M2O3 एक alloy of this metal is used to made aircraft ore of metal केड़ी होएगी बच्चे that is bauxite बच्चे bauxite is that ore जेड़ा aircraft च यूज करते हैं
Bauxite किंदी ore है aluminium की. Bauxite is an ore of aluminium. Which one of the four metals would be displaced from its solution and give salt? Mg, Ag, zinc, copper. बच्चे कौन रिप्लेस हो जाएगा? रिप्लेस कौन ਹੁੰਦਾ ਹੈ ਜਿੰਦੀ ਰਿਐਕਟੀਵਿਟੀ ਘੱਟ ਹੈ? ਜੇ ਆਪਾਂ ਰਿਐਕਟੀਵਿਟੀ ਸੀਰੀਜ਼ ਚ ਜਾਈਏ, ਸਭ ਤੋਂ ਰਿਐਕਟੀਵਿਟੀ ਘੱਟ ਕਿੰਨੀ ਹੁੰਦੀ? ਕੋਪਰ, ਸਿਲਵਰ, ਗੋਲਡ. ਸਿਲਵਰ ਗੋਲਡ ਨੀਚੇ ਹੁੰਦੇ ਤੇ ਗੋਲਡ ਸਿਲਵਰ ਹੈਗਾ ਤੇ ਆਨਸਰ ਕੀ ਆ ਜਾਏਗਾ? ਬੀ. ਬੱਚੇ 2 ml ਆਪਾਂ ਕੋਈ ਸੋਲੂਸ਼ਨ ਲਿਆ ਹੋਇਆ ਹੈ, ਉਹਨੂੰ ਕੰਸੀਡਰ ਕੀਤਾ HCl ਦੇ ਨਾਲ HNO3 ਨਾਲ, ਤੇ ਆਪਣੇ ਕੋਲ ਕੀ ਹੋ ਗਿਆ? ਇੱਕ ਮਿਕਸਡ ਮਿਕਸਚਰ ਬਣ ਗਿਆ HCl ਦਾ ਤੇ HNO3 ਦਾ. ਉਹਦੀ ਰੇਸ਼ੀਓ ਕਿੰਨੀ ਗਿਵਨ ਹੈ? 3:1. ਆਪਾਂ ਨੂੰ ਟੈਸਟ ਟਿਊਬ ਦੇ ਵਿੱਚ ਰੱਖ ਲਿਆ, ਉਹਨੂੰ ਆਪਾਂ ਲੇਬਲ ਕਰਤਾ A B C, ਠੀਕ ਹੈ. ਸੋ ਦੈਨ ਆਪਾਂ ਇੱਕ ਸਮਾਲ ਪੀਸ ਲਿਆ ਮੈਟਲ ਦਾ, ਉਹਨੂੰ ਪਾਇਆ, ਕੋਈ ਆਪਣੇ ਕੋਲ ਚੇਂਜ ਨਹੀਂ ਆਇਆ ਟੈਸਟ ਟਿਊਬ ਵਿੱਚ. B ਦੇ ਵਿੱਚ ਕੀ ਆਇਆ? ਉਹ ਮੈਟਲ ਡਿਸੋਲਵ ਹੋ ਗਿਆ. ਸਿਮਿਲਰਲੀ B, A ਤੇ B ਚ ਕੋਈ ਚੇਂਜ ਨਹੀਂ ਆਇਆ, B ਚ ਮੈਟਲ ਡਿਸੋਲਵ ਹੋਗਾ. ਮੈਟਲ ਕਿਹੜਾ ਹੋਏਗਾ? ਐਲੂਮੀਨੀਅਮ. ਕੋਈ ਆਪਾਂ ਸੋਲੂਸ਼ਨ ਲਿਆ, ਠੀਕ ਹੈ, ਇੱਕ ਮਿਕਸਚਰ ਲਿਆ ਆਪਣੇ ਕੋਲ, ਪਹਿਲਾਂ 2 ml HCl ਲਿਆ, ਠੀਕ ਹੈ, ਫਿਰ HNO3 ਲਿਆ, फिर आप HCl ਤੇ HNO3 ਦੀ ਰੇਸ਼ੀਓ ਚ ਲਿਆ ਮਿਕਸਚਰ, ਇਹਨੂੰ ਆਪਾਂ A ਦੇਤਾ, ਇਹਨੂੰ B ਦੇਤਾ, ਇਹਨੂੰ C ਦੇਤਾ. ਆ ਦੋਨੋਂ ਕੀ ਹੋ ਗਏ? ਡਿਸੋਲਵ ਹੋ ਗਏ, ਮਤਲਬ ਕੋਈ ਆ ਕੀ ਹੋ ਗਿਆ? ਨੋ ਚੇਂਜ. ਆ ਕੀ ਹੋ ਗਿਆ? ਇਹਦਾ ਜਿਹੜਾ ਉਹ ਕੀ ਹੋ ਗਿਆ? ਡਿਸੋਲਵ ਹੋ ਗਿਆ. ਤੇ ਕਿਹੜਾ ਮੈਟਲ ਹੋਏਗਾ? ਐਲੂਮੀਨੀਅਮ ਹੋਏਗਾ, ਕੋਪਰ ਹੋਏਗਾ, ਗੋਲਡ ਹੋਏਗਾ ਤੇ ਪਲੈਟੀਨਮ ਹੋਏਗਾ. ਬੱਚੇ ਡਿਸੋਲਵ ਕੌਣ ਹੋਏਗਾ? ਗੋਲਡ. A. ਓਕੇ, ਹੁਣ ਬੱਚਿਆ ਜਿਹੜੀ ਆਪਣੇ ਕੋਲ ਦੇਖੋ, ਐਦਾਂ ਦਾ ਤਾਂ ਕੋਈ ਕੁਐਸਚਨ ਤੁਹਾਨੂੰ ਆਣਾ ਨਹੀਂ ਹੈ, ਸੋ ਤੁਸੀਂ ਇਸ ਕੁਐਸਚਨ ਨੂੰ ਉਹ ਵੀ ਕਰ ਸਕਦੇ ਹੋ, ਸਕਿਪ ਵੀ ਕਰ ਸਕਦੇ ਹੋ. ਹੁਣ ਉਹਨਾਂ ਨੇ ਕੀ ਕਿਹਾ? ਵਿਚ ਵਨ ਆਫ ਦ ਫੋਲੋਇੰਗ ਫਿਗਰਸ ਕਰੈਕਟਲੀ ਡਿਸਕ੍ਰਾਈਬ ਦ ਪ੍ਰੋਸੈਸ ਆਫ ਇਲੈਕਟ੍ਰੋਲਾਈਟਿਕ ਰਿਫਾਈਨਿੰਗ. ਹੁਣ ਦੇਖੋ ਬੱਚੇ, ਕੈਥੋਡ ਤੇ ਕਿਹੜਾ ਚਾਰਜ ਹੁੰਦਾ? ਪੋਜ਼ਿਟਿਵ, ਠੀਕ ਹੈ. ਐਨੋਡ ਤੇ ਕਿਹੜਾ ਚਾਰਜ ਹੁੰਦਾ? ਨੈਗੇਟਿਵ. ਕੀ ਲੱਗੀ ਹੋਈ ਆਪਣੇ ਕੋਲ? ਤੇ ਹੁਣ ਦੇਖੋ ਬੱਚੇ, ਆਪਣੇ ਕੋਲ ਇੰਪਿਓਰਿਟੀਜ਼ ਪਈਆਂ. ਇੰਪਿਓਰਿਟੀਜ਼ ਹਮੇਸ਼ਾ ਯਾਦ ਰੱਖੋ ਕਿਹਦੇ ਨੀਚੇ ਆਉਂਦੀਆਂ? ਕੈਥੋਡ ਦੇ ਨੀਚੇ ਆਉਂਦੀਆਂ ਕਿ ਐਨੋਡ ਦੇ ਨੀਚੇ ਆਉਂਦੀਆਂ? ਸਭ ਤੋਂ ਪਹਿਲੇ ਜਿਹੜੀ ਇੰਪਿਓਰਿਟੀਜ਼ ਉਹ ਆਪਣੇ ਕੋਲ ਅਨੋਡ ਮਡ ਬਣਦਾ ਹੈ, ਠੀਕ ਹੈ. ਅਨੋਡ ਮਡ ਨਾਲ ਆਪਣੇ ਕੋਲ ਕੀ ਬਣਦੀ ਹੈ? ਇੰਪਿਓਰਿਟੀਜ਼. ਹੁਣ ਅਨੋਡ ਆਪਣੇ ਕੋਲ ਕੀ ਹੈ? ਪੋਜ਼ਿਟਿਵਲੀ ਚਾਰਜ, ਤੇ ਇੱਥੇ ਕੀ ਆਏਗਾ? ਆਨਸਰ ਇਜ਼ ਸੀ. ਦੇਖੋ ਇੱਥੇ ਆਪਣੇ ਕੋਲ ਉੱਪਰ ਵਾਲੇ ਚ ਗੱਲ ਕੀਤੀ ਹੈ ਇੰਪਿਓਰਿਟੀਜ਼ ਇਨ ਕੈਥੋਡ, ਆ ਗਲਤ ਹੋ ਗਏ, ਦੋਨੋਂ ਚੈੱਕ ਕਰਨ ਦੀ ਜ਼ਰੂਰਤ ਹੀ ਨਹੀਂ ਹੈ, ਗੱਲ ਆਪਾਂ ਇਹਨਾਂ ਦੀ ਗੱਲ ਕਰਦੇ ਪਏ, ਠੀਕ ਹੈ. ਹੁਣ ਇੱਥੇ ਨੋਡ ਪੋਜ਼ਿਟਿਵ ਹੈ, ਕੀ ਲੱਗੀ? ਕੈਥੋਡ ਲੱਗਿਆ ਆਪਣੇ ਕੋਲ copper 2 ਪੋਜ਼ਿਟਿਵ, copper 2 ਪੋਜ਼ਿਟਿਵ ਹੈ, ਐਸਿਡੀਫਾਈਡ AuCl. ਹੁਣ ਇਹਨਾਂ ਦੋਵਾਂ ਚ ਗੜਬੜੀ ਕੀ ਹੈ ਮੈਨੂੰ ਇਹ ਦੱਸੋਗੇ ਤੁਸੀਂ ਕਿ ਦੋਨਾਂ ਚ ਹਰ ਚੀਜ਼ ਸੇਮ ਤੇ ਇੰਪਿਓਰਿਟੀਜ਼ ਇੱਥੇ ਦਿੱਤੀਆਂ, ਐਸਿਡੀਫਾਈਡ ਸੋਲੂਸ਼ਨ ਵੀ ਦਿੱਤਾ ਹੈ, ਕੀ ਵੀ ਦਿੱਤੀ ਹੈ, ਕੈਥੋਡ ਵੀ ਦਿੱਤਾ ਆਪਣੇ ਕੋਲ, copper 2 ਪੋਜ਼ਿਟਿਵ ਵੀ ਦਿੱਤਾ, ਹਰ ਜਗ੍ਹਾ ਕੁਝ ਵੀ ਗੜਬੜੀ ਨਹੀਂ, ਦੋਨੋਂ ਸੇਮ ਨੇ, ਠੀਕ ਹੈ. ਹੁਣ ਦੇਖੋ ਬੱਚੇ, ਜਿਹੜਾ ਆਪਣੇ ਕੋਲ ਉਹਨਾਂ ਨੇ ਗੱਲ ਕੀਤੀ ਹੈ ਇਹਦੇ ਚ, ਜਿਹੜੀ ਅਨੋਡ ਇੱਥੇ ਆਪਣੇ ਕੋਲ ਕੀ ਹੈ? ਪੋਜ਼ਿਟਿਵ ਚਾਰਜ ਹੈ, ਇੱਥੇ ਕੀ ਆਨਸਰ ਕੀ ਹੈ? ਸੀ. ਹੁਣ ਸੀ ਆਨਸਰ ਦਾ ਜਿਹੜਾ ਰੀਜ਼ਨ ਹੈ ਉਹ ਸਿਰਫ ਆਹੀ ਹੈ ਕਿ ਇਹਦੇ ਵਿੱਚ ਜਿਹੜੀ ਇੰਪਿਓਰਿਟੀਜ਼ ਆ ਉਹ ਅਨੋਡ ਮਡ ਦੇ ਨੀਚੇ ਪਈਆਂ, ਠੀਕ ਹੈ. ਇੱਕ ਐਲੀਮੈਂਟ ਹੈ A, ਉਹ ਸੌਫਟ ਹੈ, ਪਰ ਆਪਾਂ ਨਾਈਟ੍ਰੋਜਨ ਨਾਲ ਕੱਟ ਕਰ ਸਕਦੇ ਹਾਂ. ਵੈਰੀ ਰਿਐਕਟਿਵ ਟੂ 에ਅਰ, 에ਅਰ ਨਾਲ ਰਿਐਕਟਿਵ, ਆਪਾਂ ਨੂੰ ਓਪਨ ਲਈ ਨਹੀਂ ਰੱਖ ਸਕਦੇ. ਇਟ ਰਿਐਕਟਸ ਵਿਗਰਸਲੀ ਵਿਦ ਵਾਟਰ, ਵਾਟਰ ਦੇ ਨਾਲ ਬਹੁਤ ਈਜ਼ੀਲੀ ਰਿਐਕਟ ਕਰ ਜਾਂਦਾ ਹੈ. ਬੱਚੇ ਪਤਾ ਹੀ ਹੈ ਸੋਡੀਅਮ ਆਨਸਰ ਹੈ. Alloys of homogeneous mixture of metal or non-metal. Which of the following is a container non-metal of one of its compound? The answer is steel. ਇਹਦੇ ਚ ਆਪਣੇ ਕੋਲ ਇੱਕ ਆਪਣੇ ਕੋਲ ਥੋੜਾ ਜਿਹਾ ਟੌਪਿਕ ਪਿਆ ਸੀਗਾ ਇਸ ਦੇ ਵਿੱਚ, ਉਹ ਵੀ ਦੇਖੋ. brass ਬੱਚੇ copper plus zinc, bronze copper plus tin, solder lead plus tin, duraluminium aluminium copper magnesium manganese. स्टील ਦੇ ਵਿੱਚ ਆਇਰਨ ਪਲੱਸ ਕਾਰਬਨ, ਸਟੇਨਲੈਸ ਸਟੀਲ ਦੇ ਵਿੱਚ ਆਇਰਨ, क्रोमियम निकल, मैग्नीशियम ਦੇ ਵਿੱਚ 95% एल्यूमिनियम एंड मैग्नीशियम, जर्मन सिल्वर copper zinc nickel. Alloys of gold, pure gold is said to be 24 carat and gold is alloyed with a small amount of silver to copper to make it hard. ਬੱਚੇ ਆਪਾਂ ਸਿਲਵਰ ਤੇ ਕਾਪਰ ਐਡ ਕਰਦੇ ਹਾਂ 골ਡ ਦੇ ਵਿੱਚ ਸੋ ਦੈਟ ਆਪਾਂ ਨੂੰ ਕੀ ਬਣਾਈਏ? ਹਾਰਡ. ਓਕੇ, ਨੈਕਸਟ ਆਪਾਂ ਕਰ ਰਹੇ ਹਾਂ reaction between X and Y forms a compound Z. ਬੱਚੇ X ਤੇ Y ਆਪਣੇ ਕੋਲ ਹੈ, ਕੋਈ ਵੀ ਰਿਐਕਸ਼ਨ ਕੀਤੀ ਆਪਣੇ ਕੋਲ ਕੀ ਬਣਾ ਰਹੇ ਨੇ? Z. X ਕੀ ਕਰਦਾ ਪਿਆ? ਇਲੈਕਟ੍ਰੋਨ ਲੂਜ਼ ਕਰਦਾ ਤੇ Y ਕੀ ਕਰਦਾ ਪਿਆ? ਇਲੈਕਟ੍ਰੋਨ ਪਲੱਸ, ਠੀਕ ਹੈ. ਇਹ ਲੂਜ਼ ਕਰ ਰਿਹਾ, ਪਲੱਸ ਕਰ ਰਿਹਾ. which is falling has shown by Z. ਕਿਹੜੀ ਪ੍ਰੋਪਰਟੀ ਸ਼ੋ ਕਰੇਗਾ Z?
देखो बच्चे कोई भी कंपाउंड इलेक्ट्रॉन लूज हो रहा है गेन हो रहा है, दोनों चीजें कर रहे हैं। देखो ਉਹਦੇ ਚ ਕੀ ਹੋ ਰਹੀ ਹੈ ਕਿ ਬੰਦਾ ਇਲੈਕਟ੍ਰੋਨ ਲੂਜ਼ ਕਰ ਰਿਹਾ ਇੱਕ ਬੰਦਾ ਗੇਨ ਕਰ ਰਿਹਾ ਹੈ ਔਨ ਦਾ ਮੈਲਟਿੰਗ ਪੁਆਇੰਟ ਕੀ ਹੋਏਗਾ z ਦਾ ਆਬਵੀਅਸਲੀ लो। बच्चे सम कॉन्सेप्ट है जो याद रखने पैंगे। इलेक्ट्रॉनिक कन्फिगरेशन ऑफ थ्री एलिमेंट्स गिवन है बच्चे 28 287 282 व्हिच ऑफ द फॉलोइंग इज करेक्ट। x है बच्चे, y है, z। x दी बच्चे 28 है, ठीक है, y दी कितनी है 28, इन z दी कितनी है 287। बच्चे देखो 28 दिस इज कंप्लीटली फिल्ड, बच्चे 287 है, दिस इज 282 सॉरी ओके। ਹੁਣ देखो बच्चे एक ही करेगा, एक इलेक्ट्रॉन गेन करेगा, आ की करेगा 2 इलेक्ट्रॉन लूज। बच्चे ਜਿਹੜਾ इलेक्ट्रॉन गेन कर दो की ਹੁੰਦਾ नॉन मेटल, ਜਿਹੜਾ इलेक्ट्रॉन लूज कर दो की ਹੁੰਦਾ मेटल। x is metal बच्चे x का completely filled है cancel, y is metal गलत, z is non metal wrong, y is non metal and z is metal। बस इतना याद रखना है, सारे कॉन्सेप्ट कितने होया कॉन्सेप्ट लगाने हैं बस। Generally non-metals are not conduct electricity, which is calling is a good conductor, obviously graphite। अब हमने exception कितनी है ना, which of the following under chemical reaction MgSO4 plus iron बच्चे no, ZnF no, MgSO2 plus no, बच्चे answer is D। This is your homework, any doubt ask in comment box। बच्चे atomic number है 4 एलिमेंट का 6 8 10 12। 2 एलिमेंट्स कैन react to form ionic bonds are केड़े 2 एलिमेंट्स है, देखो बच्चे A B C D that is 6 8 10 12 केड़े अपने को है वो आयनिक बॉन्ड बनाएंगे, ठीक है। बच्चे देखो आ 8 है, 8 ਨੂੰ 2 चाहिए कंप्लीटली फिल्ड ਲਈ, ਇਹਦੀ ਕਿੰਨੀ ਹੈ 2 8 2, ਇਹਨੂੰ 2 ਰਿਮੂਵ ਕਰਨੇ, ਇਹਨੇ 2 ਇਲੈਕਟ੍ਰੋਨ ਰਿਮੂਵ ਕਰਨੇ, ਇਹਨੂੰ 2 ਇਲੈਕਟ੍ਰੋਨ ਗੇਨ ਕਰਨੇ, मतलब शेयरिंग हो रही है बी ਤੇ डी ਦੇ ਵਿੱਚ। ਜਦੋਂ ਆਪਣੇ ਕੋਲ ਦੋਵਾਂ ਚ शेयरिंग हो रही है तो आंसर क्या आ जाएगा ऑप्शन डी। एटॉमिक नंबर ऑफ एलिमेंट कितना 19, इलेक्ट्रॉन कितने होंगे x पॉजिटिव पे बच्चे 19 है, x पॉजिटिव आयन केड़ा मतलब इलेक्ट्रॉन गेन वाला तो कितने आएंगे 18। एटॉमिक नंबर ऑफ एलिमेंट इज y नेगेटिव कितने होंगे 18। दिस इज इंपॉर्टेंट क्वेश्चन। देखो लेवल 10 भी सौखा नहीं है। आयरन और सिनाबार किनाबार वजह किंदी हो रहा है मरकरी भी, कैलामाइन हेमेटाइट रॉक आंसर है हेमेटाइट। सिनाबार किंदी है HgS बनता है देखो, ठीक है HgS। ओके जी नेक्स्ट अपने को द मैटर व्हिच कैन बी एक्सट्रैक्टेड फ्रॉम द बॉक्साइट ओर सोडियम। बच्चे बॉक्साइट दी ओर तो कौन बनता है एल्यूमिनियम, बॉक्साइट इज एन ओर ऑफ एल्यूमिनियम। स्टेनलेस स्टील अलॉय इज आयरन इज मिक्स्ड विद क्रोमियम एंड निकल। आ कितना होने आपका पीछे आई चीज है आयरन एंड निकल। which of following is in mercury metal cinnabar B option। which of the following metal exists in native state बच्चे gold and silver option D। which of the following non-metal as a constituent steel। which of the present in amalgam, amalgam से कौन present है mercury। amalgam की the metal which is always present in amalgam is mercury। okay बच्चे next है rock salt। rock salt is an ore of the following the metal manganese। बच्चे सोडियम है Na, NaCl बंद है तो याद रख लेना आंसर क्या आएगा Na B ऑप्शन बी। फिर इन द ब्लैंक्स है बच्चे अपने को द प्रोसेस in which the concentrated ore is heated below its melting point in the absence or limited supply of air। बच्चे absence of air और limited supply of air ਉਹਨੂੰ ਕੀ ਬੋਲਦੇ calcination। अगर ਜੇ ਇੱਥੇ ਆਂਦਾ in the presence, ਇੱਥੇ ਆਂਦਾ ਨਾ presence of air ਉਹਨੂੰ ਆਪਾਂ ਕੀ ਬੋਲਾਂਗੇ roasting। absence of air calcination। बच्चे metals have dash melting point and boiling point obviously high।
बच्चे आही आंसर आंदा नॉन मैटर्स के केस दे विच उत्थे क्या आना सीगा लो मेल्टिंग पॉइंट एंड बॉइलिंग पॉइंट। हर चीज बार बार रिवाइज हो रही है सो दैट ਤੁਹਾਡੇ माइंड ਦੇ ਵਿੱਚ बैठ जाए। इस तो इलावा मैटर्स से नॉन मैटर्स की कोई क्वेश्चन नहीं बनते। दीज आर द वेरी सफिशिएंट क्वेश्चंस। जे कोई डाउट है यू कैन आस्क मी। ओके dash displaces copper from a solution of copper sulfate जिंक। कौन डिस्प्लेस करता है जिंक। जिंक displaces a copper from a copper sulfate। एक क्वेश्चन है दिस इज योर होमवर्क मैं आंसर भी दस देनी हूं। द poorest conductor of heat among metal कौन है बच्चे लेड। ਆਪਾਂ ਇਹ ਵੀ ਕੀਤਾ ਹੋਇਆ ਆਪਣੇ ਨੋਟਸ ਦੇ ਵਿੱਚ। मोस्ट abundant metal ਕਿਹੜਾ ਹੈ मोस्ट abundant metal that is your aluminium। what's the removal of impurities by a chemical method that is leaching। ਹੁਣ ਬੱਚੇ impurities from ore ਉਹਨੂੰ ਕੀ ਬੋਲਦੇ ਆ gangue। impurities from a chemical method ਉਹਨੂੰ ਬੋਲਦੇ leaching। this is also important। okay बच्चे which property next question है एरन कर रही हैं which property of metal is used for making bells and strings of musical instrument like sitar and violin। मतलब देखो आपका क्या से ना metals are sonorous आंसर क्या आएगा sonorousness। आंसर जो आप पढ़े होगी क्वेश्चन। oxides of non metals when dissolved in water generally give gas solution। बच्चे non metal ਜਦੋਂ ਵੀ dissolve ਹੁੰਦੇ ਆ water ਦੇ ਵਿੱਚ ਆਪਣੇ ਕੋਲ ਕੀ ਦਿੰਦੇ ਆ acidic solution। बच्चे chemical property of non metal जो ਆਪਾਂ ਅੱਜ ਕੀਤਾ ਹੈ ਉਹਦੇ ਵਿੱਚੋਂ ਆਇਆ। बच्चे सल्फाइड और इस कंसिडर प्रोथ फ्लोटेशन प्रोसेस। बच्चे प्रोसेस अपन नहीं किए बिकॉज इन्ने ज्यादा करने की जरूरत नहीं हम इतने कवर कर देते हैं ठीक है। क्लोराइड्स ऑफ नॉन मेटल्स हमेशा याद रखना है कोवेलेंट होंगे नॉन मेटल्स इलेक्ट्रोनेगेटिव होंगे हैं मेटल्स केड़े होंगे हैं इलेक्ट्रोपॉजिटिव। impurities in the ores is removed by adding flux। the rocky material found along the ore is known as gangue। इतने impurities भी आ सकती हैं ठीक है। ओके बच्चे क्वेश्चन है रिमाइंड आ रहे हैं हमें अपन एक्टिविटी सीरीज कितनी सी है ना सो ਉਹਦੇ ਵਿੱਚ ਆਪਾਂ ਕਰ ਸਕਦੇ ਹਾਂ which of the following is correct arrangement of given metal in ascending order of their activity। Zinc, iron, magnesium, sodium। बच्चे आप थोड़ा होमवर्क है ये तुम खुद ट्राई करोगे। देखो बच्चे अपन आंसर अकॉर्डिंग टू एक्टिविटी सीरीज लिखेंगे। सब तो पहला पोटेशियम सोडियम आएगा देन मैग्नीशियम देन जिंक देन अपने को आयरन एफ। दिस इज द आंसर। प्लीज इन कर लियो एक्टिविटी सीरीज ਦੇ ਵਿੱਚੋਂ ਕੋਈ ਵੀ एलिमेंट पूछा जा सकता है थोड़ा जिहा एलिमेंट से याद कर सकते हो तो दिस इज नॉट अ डिफिकल्ट टास्क। ओके लेट्स डू मैच द फॉलोइंग। अच्छा W X Y Z कोई सब्सटेंस है ठीक है इलेक्ट्रिकल
W doesn't conduct under any condition. X conducts only in aqueous solution. Y conducts in both molten and solid. Z conducts in both molten and aqueous. दोनों की क्वेश्चन मैच करो बच्चे केड़ा है अपने को कॉलम 1 देखो W is basically NaCl, lead, sulfur and ऐसे बच्चे क्वेश्चन आने हैं सिर्फ माइंड से याद रखो कि अपने को आंसर आएगा W is reacted with as sulfur और W जो उन्होंने पूछा किससे अपने को doesn't conduct under any condition sulfur आंसर क्या आएगा sulfur ਹੁਣ X only in aqueous solution ਦੇ ਵਿੱਚ ਆਪਣੇ ਕੋਲ ਕੌਣ ਕੰਡਕਟ ਕਰਦਾ ਹੈ HCl conducts in both lead conducts in molten and aqueous solution option की से बचे लास्ट आएगा सोडियम क्लोराइड molten and aqueous ओके जी अपने को खत्म हुए हैं मैचेस ਹੁਣ ਆਪਣੇ ਕੋਲ ਦੋ ਮੈਚ ਹੋਰ ਨੇ ਵੀ ਮਾਈਂਡ ਚ ਰੱਖਣੇ ਆ ਬਿਕੋਜ਼ ਮੈਥਸ ਅੱਜਕੱਲ ਬਹੁਤ ਜ਼ਿਆਦਾ ਉਹ ਚੱਲ ਰਿਹਾ ਹੈ ਕਿ ਮੈਥਸ ਦੇ ਕੁਐਸਚਨ ਬਹੁਤ ਜ਼ਿਆਦਾ ਪੁੱਛੇ ਜਾਂਦੇ ਪਏ ਆ ਹੁਣ ਦੇਖੋ ਬੱਚੇ ਮੈਂ ਤੁਹਾਨੂੰ ਕਿਹਾ ਸੀ ਨਾ ਤੁਹਾਨੂੰ ਮੈਂ ਇੱਥੇ ਕਵਰ ਕਰਾਂਗੀ ਉਹ ਮੈਂ ਮੈਥਸ ਦੇ ਥਰੂ ਕਵਰ ਕਰ ਰਹੀ ਹਾਂ ਹਾਈਡ੍ਰੋਲਿਕ ਵਾਸ਼ਿੰਗ ਕੀ ਹੁੰਦੀ ਹੈ ਮੈਗਨੈਟਿਕ ਸੈਪਰੇਸ਼ਨ ਕੀ ਹੁੰਦਾ ਫਰੋਥ ਫਲੋਟੇਸ਼ਨ ਕੀ ਹੁੰਦਾ ਲੀਚਿੰਗ ਕੀ ਹੁੰਦੀ ਹੈ ਲੀਚਿੰਗ ਬੇਸਿਕਲੀ ਉਹਨੇ ਆਪਾਂ ਪੜ੍ਹੀ ਹੈ ਕਿ ਉਹ ਆਪਣੇ ਕੋਲ ਇੰਪਿਓਰਿਟੀਜ਼ ਹੁੰਦੀਆਂ the difference in wetting of property of gang and or particles that is leaching okay froth flotation बच्चे अपने को की ਹੁੰਦੇ ਉਹ बनना ਝੱਗ बननी ठीक है मैग्नेटिक सेपरेशन मैग्नेटिक प्रॉपर्टी ਨਾਲ ਲਿੰਕ ਕਰੇਗਾ ਚਲੋ ਆ ਵੀ ਹੋ ਗਿਆ ਹਾਈਡ੍ਰੋਲਿਕ ਵਾਸ਼ਿੰਗ ਦੇ ਵਿੱਚ ਕੀ ਆਏਗਾ ਬੱਚੇ ਆਪਣੇ ਕੋਲ ਹਾਈਡ੍ਰੋਲਿਕ ਜਿਹੜੀ ਵਾਸ਼ਿੰਗ ਹੈ ਉਹ ਆਪਣੇ ਕੋਲ ਕੀ ਹੋਏਗਾ ਆਪਣੇ ਦੇ ਨਾਲ ਗੱਲ ਕਰ ਸਕਦੇ ਹਾਂ ਕਿ ਹਾਈਡ੍ਰੋਲਿਕ ਇਹ ਬੇਸਿਕਲੀ ਵਾਟਰ ਦੇ ਨਾਲ ਇਹਦਾ ਕਨੈਕਸ਼ਨ ਹੋਏਗਾ ਸੋ ਵਾਟਰ ਦੇ ਨਾਲ ਕਨੈਕਸ਼ਨ ਕਿੱਥੋਂ ਆਏਗਾ ਹਾਈਡ੍ਰੋਲਿਕ ਵਾਸ਼ਿੰਗ ਦਾ ਬੇਸਿਕਲੀ ਲਿਫਟਿੰਗ ਆਏਗੀ ਗ੍ਰੈਵਿਟੀ ਦੇ ਨਾਲ this one and froth flotation किया जाएगा solubility of gang and or particle in specific substance बच्चे नेक्स्ट है हेमेटाइट हेमेटाइट किंदी अपने को रो है कैलामाइट की दी है ठीक है देन अपने को डोलोमाइट एंगलेराइट ठीक है ਹੁਣ याद करो बच्चे ਜਿਹੜਾ हेमेटाइट ऑक्साइड है कैलामाइट कैमालाइट अपने को सॉरी कैमालाइट क्लोराइड है डोलोमाइट कार्बोनेट है एग्नेलाइट अपने को की है सल्फेट बच्चे कहते थोड़ी जी कंफ्यूजन सी ये तो याद रखो जो हाइड्रोलिक वॉशिंग है तो मतलब है डिफरेंस इन ग्रेविटीज ऑफ ओर एंड गैंग्यू पार्टिकल्स मैग्नेटिक सेपरेशन का मतलब है डिफरेंस इन मैग्नेटिक प्रॉपर्टीज ऑफ ओर एंड गैंग्यू पार्टिकल्स froth flotation है डिफरेंस इन wetting property of gangue and or particles leaching is difference in solubility of gangue and or particles बच्चे सो ਇਹਦੇ ਨਾਲ ਆਪਣਾ ਮੈਟਲਸ ਐਂਡ ਨੋਨ ਮੈਟਲਸ ਕੀ ਹੋ ਰਿਹਾ ਕੰਪਲੀਟ ਹੋ ਰਿਹਾ ਵਾ ਜਿਹੜੇ ਤਿੰਨ ਚਾਰ ਐਮਸੀਕਿਊਜ਼ ਹੋਰ ਨੇ ਜਿਹੜੇ ਆਪਣੇ ਇਹਦੇ ਚ ਆਪਣੇ ਕੋਲ ਲਾਸਟ ਈਅਰ ਦੇ ਵੀ ਕੁਐਸਚਨ ਕਵਰ ਹੋ ਰਹੇ ਨੇ ਓਕੇ ਨਾਓ ਇੱਕ ਕੁਐਸਚਨ ਹੈ ਨੈਕਸਟ ਕੁਐਸਚਨ ਦੋ ਤਿੰਨ ਮੈਂ ਤੁਹਾਨੂੰ ਹੋਰ ਐਮਸੀਕਿਊਜ਼ ਦੇ ਕਰਵਾ ਦਿੰਨੀ ਆ which of the tire following are not which of the following are not ionic compounds बच्चे ionic compounds ਕਿਹੜੇ ਹੋਣਗੇ ਜਿਹੜੇ ट्रांसफर ऑफ इलेक्ट्रॉन ਬਣਨਗੇ फॉर एग्जांपल अपने को KCl HCl CCl4 NaCl ऑप्शन A है B C D ओके दिस इज अ क्वेश्चन है ऑप्शन है 1 and 2 2 and 3 3 and 4 1 and 3 बच्चे आंसर इज B HCl sorry answer is C answer is B HCl as well as CCl4 HCl ਦੇ ਵਿੱਚ ਵੀ ਆਪਣੇ ਕੋਲ ਸ਼ੇਅਰਿੰਗ ਆਫ ਇਲੈਕਟ੍ਰੋਨਸ ਹੁੰਦੇ CCl ਦੇ ਵਿੱਚ ਵੀ ਆਪਣੇ ਕੋਲ ਹੁੰਦੇ ਸ਼ੇਅਰਿੰਗ ਆਫ ਸ਼ੇਅਰਿੰਗ KCl ਤੇ NaCl ਦੇ ਵਿੱਚ ਕੀ ਹੁੰਦੀ ਹੈ ਆਪਣੇ ਕੋਲ ਟ੍ਰਾਂਸਫਰ ਓਕੇ ਜੀ ਨੈਕਸਟ ਆਪਣੇ ਕੋਲ ਹੈ next question which of the following non metal is lustrous answer is iodine example of amphoteric oxide that is your CO2 carbon dioxide
ਹੁਣ ਬੱਚੇ ਇੱਕ ਵੈਰੀ ਇੰਪॉर्टेंट है थर्माइट वेल्डिंग, ठीक है, क्वेश्चन है थर्माइट वेल्डिंग ਦੇ ਉੱਤੇ। in thermite welding a mixture of dash and dash is ignited with a burning magnesium rubber which produce molten iron metal as large amount of heat evolved। बच्चे केड़ी केड़ी चीज अपने को रिएक्ट होंदी है उनदे विच? आंसर इज आयरन ऑक्साइड, आयरन 3 ऑक्साइड, आंसर है Fe2O3 एंड एल्यूमिनियम पाउडर। हमेशा बच्चे थर्माइट रिएक्शन जी है अपने को एल्यूमिनियम के नाल होएगी। ओके, metals can form positive ions by which process? Metals can form positive ions by losing electron। आंसर क्या आएगा? losing। non metals की करेंगे, non metals can form negative ion by gaining electron। metal oxide dash and dissolve, very important last MCQ है। metal oxides dash and dash dissolving water to form alkalis। इसका आंसर है बच्चे केड़े मेटल ऑक्साइड है? आंसर है सोडियम ऑक्साइड एंड पोटेशियम ऑक्साइड। बच्चे केड़े मेटल्स है? एक और है metals which are so soft, वो soft ने that they can be cut by knife। बच्चे आंसर है सोडियम एंड पोटेशियम। हम बच्चे अपने को एकदम भी आ सकता है elements can be classified as metals, ठीक है। ओके जी, हम अपने को चैप्टर बहुत ज्यादा आप ओवर इस चैप्टर का निचोड़ कर चुके हैं। एक अदर न्यूमेरिकल एग्जांपल और करा देनी है। फॉर एग्जांपल कॉपर ऑब्जेक्ट्स lose their shine and form green coating of, किसी ग्रीन कोटिंग बना देंगे? आंसर इज बेसिक कॉपर कार्बोनेट। हुन एक कला कॉपर कार्बोनेट भी ऑप्शन आ सकता है। आंसर की बेसिक कॉपर कार्बोनेट। बच्चे अमलगम किदा लोए है? अमलगम इज लोए ऑफ मरकरी। ओके जी, बच्चे काफी इंपॉर्टेंट है। गैल्वेनाइजेशन is a method of protecting
iron from rusting by coating thin layer of किदी layer आप करते हैं आंसर इज जिंक जिंक ਦੀ ਆਪਾਂ thin layer ਕਰਦੇ ਹਾਂ then ਆਪਾਂ ਨੂੰ ਰਸਟਿੰਗ ਤੋਂ ਕੀ ਕਰ ਸਕਦੇ ਹਾਂ ਬਚਾ ਜੰਗ ਲੱਗਣ ਤੋਂ ਕੀ ਕਰ ਸਕਦੇ ਹਾਂ ਉਹਨੂੰ ਬਚਾ ਸਕਦੇ ਹਾਂ ओके बच्चे हुन जो आप आज किया अपन तो रिव्यू कर लिए सब तो पहले आप आज के टॉपिक दे विच नॉन मेटल्स एंड मेटल्स बारे पढ़िया सीगा ठीक है नॉन मेटल्स विच अलॉय वेरी इंपॉर्टेंट है ब्रास्ट याद रखना 80% कॉपर है 20% जिंक है नॉन अपने को एमसीक्यूज खत्म हो गया आप अलॉयज बारे थोड़ा पढ़ लिए रिपीट करा रही हूं ब्रोंज 90% कॉपर है तो 20% टिन है सोल्डर 50% लेड है हुन याद रखना जो लेड है प्लस 50% टिन है बच्चे एसएन तो याद तो कुछ और ना बना लेना एसएन का मतलब है टिन ड्यूरेनियम 95% aluminium, 4% copper, 0.5% magnesium, and 0.5 that is manganese. Then is steel. Steel is 99.95% iron and 0.05% is carbon. Stainless steel which iron, chromium, nickel. Here is for chromium. Then magnesium. 95% aluminium, 5% magnesium. German silver, copper, zinc, nickel. German silver, copper, zinc, nickel. But steel. But steel ਦੇ ਵਿੱਚ ਆਪਣੇ ਕੋਲ non metal ਹੈ याद रखना. This is important. Alloy. German silver पढ़ लो. Alloy of gold. Alloy अपने कोल gold pure कितना होता है 24 कैरेट. उन्हें आप small amount of silver ते copper ਨੂੰ ਉਹਦੇ ਵਿੱਚ डालते हैं so that आपको ਕੀ बन जाता है hard. So ਬੱਚੇ ਆਪਣਾ ਟੌਪਿਕ ਖਤਮ ਹੁੰਦਾ ਹੈ metal and non metal. ਆਪਾਂ next ਜਿਹੜੀ ਵੀਡੀਓ ਹੈ ਉਹਦੇ ਵਿੱਚ ਆਪਾਂ ਕਰਾਂਗੇ next lecture. Next video, next lecture. So stay tuned. So ਹੁਣ ਆਪਣੇ ਕੋਲ ਜੋ ਵੀ ਆਪਾਂ ਕੀਤਾ ਉਹਦੇ ਵਿੱਚ ਕੋਈ ਡਾਊਟ ਹੈ ਲੈਕਚਰ 1 ਲੈਕਚਰ 2 ਬਿਕੋਜ਼ ਦੋਨੋਂ ਮੈਟਰਸ ਤੇ ਨੋਨ ਮੈਟਰਸ ਹੈ ਜਸਟ ਕਮੈਂਟ ਕਰੋ ਆਪਾਂ ਅਸੀਂ ਡਾਊਟ ਲਵਾਂਗੇ ਇਲੈਕਟ੍ਰਿਕ ਇੰਗਲਿਸ਼ ਦੀ ਐਪ ਚੈਨਲ ਦੇ ਵਿੱਚ ਠੀਕ ਹੈ ਸੋ ਆਪਾਂ ਹੁਣ ਬਹੁਤ ਜ਼ਿਆਦਾ ਥੈਂਕ ਯੂ ਤੁਹਾਡਾ ਤੁਸੀਂ ਮੇਰੇ ਲੈਕਚਰ ਦੇਖਿਆ ਮੈਂ ਸਿਮਰਨ ਰਵਨ ਅੱਜ ਲਈ ਤੁਹਾਡੇ ਲਈ ਸ਼ੁਕਰੀਆ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ stay tuned on our channel Electric English. Simran.